अमृतसर के सांसद गुरजीत सिंह औला की एक कल तस्वीर सामने आई थी जिसमें वह धान की फसल लगाते हुए नजर आ रहे थे। वहीं गुरजीत सिंह औजला के साथ हमने जब बात की तो बताया कि वह शुरू से ही किसानी परिवार के साथ जुड़े हुए थे और उनके पिता का काम भी किसानी ही था। इसलिए जब वह वहां पर पहुंचे तो उन्होंने धान की फसल की बिजाई भी की और उन्होंने कहा कि जब तक प्रवासी हमारे देश में वापस नहीं आ जाते तब तक हम लोगों को खुद को ही अपनी फसल की बिजाई करनी चाहिए ताकि कि हम लोग इससे ज़्यादा पैसा कमा सकें। वहीं उन्होंने अमृतसर के सरपंच, पंच और विधायकों को भी विनती की है कि वह भी किसानों के साथ कंधे से कंधा मिलाकर उनका साथ दें। गुरजीत सिंह औजला ने कहा कि पढ़े लिखे नौजवान भी इस कित्ते में आएँ और इसका लाभ उठाएँ, क्योंकि अगर पढ़े लिखे नौजवान इसमें आएंगे तो वह काम भी बढ़िया तरीके के साथ करेंगे। फायर न्यूज़ अमृतसर से सुनील खोसला की रिपोर्ट। साहब कल ਤੁਹਾਡੇ ਕੋਲ ਇੱਕ ਬੜੀ ਵਧੀਆ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਤੁਸੀਂ ਖੁਦ ਜਿਹੜੀ ਹੈ ਧਾਨ ਦੀ ਫਸਲ ਲਗਾਉਣ ਦੀ ਕੋਸ਼ਿਸ਼ ਕੀਤੀ ਕੀ ਕਿਸ ਤਰ੍ਹਾਂ ਦਿਮਾਗ ਚ ਆਇਆ ਹੈ? देखो मैं एक मुहिम चलाई सी, तुहानूं चेता होएगा उदों जे कोविड-19 नहीं सी आया कि आओ पिंड चलीए। मैं चाहुंदा कि जिहड़ा पिंडां तो दूर चले गए पिंडां वल नूं जाना चाहिए, क्योंकि जिस तरीके नाल पोल्यूशन वधिया, जिस तरीके दे नाल पिंडां दे विच पराली साड़न दी गल आउंदी सी ते जिहड़ी गल है सारी पिंडां दे उत्ते पा दित्ती जांदी कि किसान करदा है। सो मैं चाहुंदा कि पिंडां दे विच रोज़गार पैदा करन वास्ते जिहड़ियां सरकार दीयां स्कीम्स ओह पिंडां 'च लैके जाणीਆਂ ਚਾਹੀਦੀਆਂ ਨੇ। ਉਹਦੇ ਨਾਲ ਜਿਹੜਾ ਪੋਲੂਸ਼ਨ ਦੀ ਸਮੱਸਿਆ ਚਾਹੇ ਉਹਦੇ ਛੱਪੜਾਂ ਦੀ ਸਮੱਸਿਆ ਉਹਨੂੰ ਕਿਵੇਂ ਦੂਰ ਹੋਵੇ, ਸਾਰੇ ਐਮਐਲਏ ਸਾਹਿਬਾਨ ਨਾਲ ਮਿਲ ਕੇ ਇਹਦੀ ਤਰੱਕੀ ਕਿਵੇਂ ਹੋ ਸਕਦੀ ਹੈ, ਪਿੰਡਾਂ ਨੂੰ ਅਸੀਂ ਕਿਵੇਂ ਉੱਤੇ ਚੁੱਕ ਸਕਦੇ ਹਾਂ। ਪਰ ਕੁਦਰਤੀ ਗੱਲ ਹੈ ਕੋਵਿਡ-19 ਦੇ ਆਉਣ ਦੇ ਕਾਰਨ ਸਾਨੂੰ ਇਸ ਪਿਕਚਰ ਦਾ ਪਤਾ ਨਹੀਂ ਸੀ ਕਿ ਇਦਾਂ ਕੋਈ ਬਣ ਜੇਗੀ। ਇਸ ਵੇਲੇ ਸਮੁੱਚੀ ਦੁਨੀਆ ਦੇ ਵਿੱਚ ਲੋਕ ਆਪਣੇ ਘਰਾਂ ਨੂੰ ਮੁੜ ਗਏ ਨੇ। ਜੇ ਸਾਡੇ ਸੀ ਸਾਡੇ ਬਾਹਰੋਂ ਘਰਾਂ ਨੂੰ ਆ ਗਏ ਨੇ, ਜੇ ਦੂਜੀਆਂ ਪ੍ਰਦੇਸ਼ਾਂ ਦੇ ਸੀ ਪ੍ਰਦੇਸੀ ਇੱਥੋਂ ਉੱਧਰ ਨੂੰ ਚਲੇ ਗਏ ਨੇ। ਤੇ ਜਿਹੜਾ ਪੰਜਾਬ ਹੈ ਤੇ 80% ਕਰੀਬ ਖੇਤੀ ਤੇ ਡਿਪੈਂਡ ਲੋਕ ਨੇ ਔਰ ਖੇਤੀਬਾੜੀ ਕਰਦੇ ਨੇ ਔਰ ਇਹਦਾ ਵੱਡਾ ਅਸਰ ਜਿਹੜਾ ਪ੍ਰਵਾਸੀ ਮਜ਼ਦੂਰਾਂ ਦੇ ਜਾਣ ਕਰਕੇ ਸਾਡੀ ਖੇਤੀਬਾੜੀ ਦੇ ਕੰਮਾਂ ਤੇ ਵੀ ਪਿਆ। ਹੁਣ ਹੋਇਆ ਕੀ ਹੈ ਕਿ ਲੋਕ ਜਿਹੜੇ ਸਾਡੇ ਪਿੰਡਾਂ ਨੂੰ ਆ ਗਏ ਨੇ ਵਾਪਸ ਸ਼ਹਿਰਾਂ ਚੋਂ, ਉਹਨਾਂ ਖੇਤੀ ਕੀਤੀ ਨਹੀਂ। ਜ਼ਿਮੀਂਦਾਰਾਂ ਦੇ ਬੱਚੇ ਕਹਿ ਲਓ, ਸ਼ਡਿਊਲ ਕਾਸਟ ਦੇ ਬੱਚੇ ਕਹਿ ਲਓ, ਬੈਕਵਰਡ ਕਲਾਸਾਂ ਦੇ ਬੱਚੇ ਕਹਿ ਲਓ, ਔਰ ਉਹ ਖੇਤੀ ਕਰਦੇ ਵੀ ਨਹੀਂ ਕਿਉਂਕਿ ਉਹਨਾਂ ਨੇ ਮਤਲਬ ਆਪਣੇ ਆਪ ਨੂੰ ਹਿੱਚ ਮਹਿਸੂਸ ਕੀਤੀ ਕਿਉਂਕਿ ਉੱਥੇ ਕਿਤੇ ਦਫ਼ਤਰਾਂ 'ਚ ਕੰਮ ਕਰਦੇ ਸੀ ਜਾਂ ਕਿ ਚੰਗੀ ਜਗ੍ਹਾ ਬਹਿ ਕੇ ਕੰਮ ਕਰਦੇ ਸੀ, ਉਹਨਾਂ ਮਹਿਸੂਸ ਕੀਤਾ। ਸੋ ਮੈਂ ਉਹਨਾਂ ਨੂੰ ਵਾਸਤੇ ਖੇਤੀ 'ਚ ਇਸ ਕਰਕੇ ਗਿਆ ਕਿ ਹੁਣ ਪ੍ਰਵਾਸੀ ਮਜ਼ਦੂਰ ਵੀ ਹੈ ਨਹੀਂ ਗੇ, ਬੇਰੁਜ਼ਗਾਰੀ ਅਸੀਂ ਕਹੀ ਜਾਂਦੇ ਬਹੁਤ ਹੋਈ ਹੈ। ਕਿਸਾਨ ਇੱਕ ਅਜਿਹਾ ਮਿਸਾਲ ਉੱਭਰ ਕੇ ਸਾਹਮਣੇ ਆਇਆ ਕਿ ਜਿੰਨੇ ਪੂਰਨ ਤੌਰ 'ਤੇ ਖਾਣਾ ਖਿਲਾਇਆ ਦੇਸ਼ ਨੂੰ, ਚਾਹੇ ਸਬਜ਼ੀਆਂ ਦੇ ਰੂਪ ਦੇ ਵਿੱਚ ਕਹਿ ਲਓ, ਦੁੱਧ ਦੇ ਰੂਪ ਦੇ ਵਿੱਚ ਕਹਿ ਲਓ ਜਾਂ ਅਨਾਜ ਦੇ ਰੂਪ ਦੇ ਵਿੱਚ, ਸਮੁੱਚੇ ਤੌਰ 'ਤੇ ਦੇਸ਼ ਨੂੰ ਖਾਣਾ ਦੇਣ ਵਾਲਾ ਕਿਸਾਨ ਬਣਿਆ। ਸੋ ਮੈਂ ਇਹਨਾਂ ਨੂੰ ਇਹ ਕਿਹਾ ਕਿ ਆਪਾਂ ਚਲੋ ਆਓ ਰਲ ਕੇ ਬਤੌਰ ਮੈਂਬਰ ਪਾਰਲੀਮੈਂਟ, ਕਿਉਂਕਿ ਕੰਮ ਕੋਈ ਮਾੜਾ ਨਹੀਂ ਹੈਗਾ, ਮੇਰੀ ਸੋਚ ਹੈ। ਅੱਜ ਜਿਹੜੇ ਵਿਕਸਿਤ ਦੇਸ਼ਾਂ ਦੇ ਵਿੱਚ ਸਾਡੇ ਬੱਚੇ ਜਾਂਦੇ ਨੇ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ, ਕੈਨੇਡਾ, ਉੱਥੇ ਕੰਮ ਜਿਹੜੇ ਨੇ ਇਹੀ ਸਾਰੇ ਜਿਹੜੇ ਜਰਨਲ ਕੰਮ ਇੱਥੇ ਜਿਹੜੇ ਛੱਡ ਕੇ ਜਿਹੜੇ ਨਹੀਂ ਕਰਨਾ ਚਾਹੁੰਦੇ, ਜਿਹੜੇ ਅਸੀਂ ਕੁਛ ਕਹਿ ਲਓ ਕਿ ਇੱਕ ਵਿਹਾਰ ਬਣ ਗਿਆ ਸਾਡਾ ਕਿ ਨਹੀਂ ਯਾਰ ਇਹ ਮੇਰੇ ਮਤਲਬ ਦਾ ਕੰਮ ਨਹੀਂ ਹੈਗਾ, ਉੱਥੇ ਸਾਰੇ ਕੰਮ ਸਾਡੇ ਬੱਚੇ ਉਹ ਕਰਦੇ ਆ। ਝਾੜੂ ਵੀ ਮਾਰਦੇ, ਪੋਚਾ ਵੀ ਲਾਉਂਦੇ ਆ, ਦਿਹਾੜੀਆਂ ਤੇ ਕਰਦੇ। ਜੋ ਪ੍ਰਦੇਸੀ ਜਾਂ ਬਈਏ ਜਿਨ੍ਹਾਂ ਨੂੰ ਕਹਿੰਦੇ ਇੱਥੇ ਆ ਕੇ ਕਰਦੇ ਆ ਨਾ, ਇਹ ਸਾਡੇ ਬੱਚੇ ਸਾਰੇ ਬਾਹਰ ਜਾ ਕੇ ਕਰਦੇ ਨੇ। ਪਰ ਅੱਜ ਲੋੜ ਸੀ ਸਾਨੂੰ ਖੇਤਾਂ ਦੇ ਵਿੱਚ ਉਤਰਨ ਦੀ। ਸੋ ਮੈਂ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਤੌਰ ਮੈਂਬਰ ਪਾਰਲੀਮੈਂਟ ਮੈਂ ਕਿਹਾ ਯਾਰ ਦੇਖੋ ਮੈਨੂੰ ਤੁਸੀਂ ਸਾਰਿਆਂ ਨੇ ਚੁਣਿਆ ਔਰ ਦੇਸ਼ ਦੀ ਸਰਵਉੱਚ ਪੰਚਾਇਤ ਦੇ ਵਿੱਚ ਚੁਣ ਕੇ ਭੇਜਿਆ ਔਰ ਬੜਾ ਮਾਣ ਦਿੱਤਾ ਹੈ ਗੁਰੂ ਨਗਰੀ ਨੇ। ਚਲੋ ਅੱਜ ਮੈਂ ਹੀ ਸ਼ੁਰੂ ਕਰਦਾ ਤੇ ਆਓ ਚਲੋ ਰਲ ਕੇ ਆਪਾਂ ਸਾਰੇ, ਤੁਸੀਂ ਵੀ ਯਾਰ ਲੱਗੋ। ਸੋ ਉਹਦੇ ਵਿੱਚ ਜਦੋਂ ਮੈਂ ਗਿਆ ਉੱਥੇ ਸ਼ਡਿਊਲ ਕਾਸਟ ਮੁੰਡੇ ਵੀ ਸਨ, ਬੈਕਵਰਡ ਕਲਾਸ ਵੀ ਸਨ, ਜਰਨਲ ਵੀ ਸੀ। ਮੈਂ ਗੱਲਬਾਤ ਵੀ ਕੀਤੀ। ਮੈਂ ਕਿਹਾ ਯਾਰ ਦੇਖੋ ਆਪਾਂ ਪੜ੍ਹਿਆ ਲਿਖਿਆ ਹੋਣਾ ਬਹੁਤ ਚੰਗੀ ਗੱਲ ਹੈ, ਪਰ ਪੜ੍ਹਾਈ ਨੂੰ ਕੰਮ ਦੇ ਨਾਲ ਜੋੜ ਕੇ ਨਾ ਦੇਖੋ। ਠੀਕ ਆ ਸਰਕਾਰ ਕੋਸ਼ਿਸ਼ ਕਰੇ ਉਹਨੂੰ ਰੁਜ਼ਗਾਰ ਉਸ ਲੈਵਲ ਦਾ ਮਿਲੇ ਕਿ ਝੋਨਾ ਆਪ ਲਾਇਆ। ਤੇ ਮੈਂ ਇਹੀ ਕਿਹਾ ਕਿ ਜਿਹੜੀ ਪਰਦੇਸੀ ਲੇਬਰ ਚਲੇਗੀ ਆਓ ਆਪਾਂ ਸਾਰੇ ਰਲ ਕੇ ਪਿੰਡਾਂ ਦੇ ਮਜ਼ਦੂਰ, ਕਿਸਾਨ ਸਾਰੇ ਰਲ ਕੇ ਆਪਣਾ ਝੋਨਾ ਲਾ ਲਈਏ। ਗੁਰਜੀਤ ਜੀ ਤੁਸੀਂ ਇੱਕ ਕਿਸਾਨ ਦੇ ਬੇਟੇ ਵੀ ਕਹਾਉਂਦੇ ਹੋ, ਇਸੇ ਕਰਕੇ ਲੋਕਾਂ ਨੇ ਤੁਹਾਨੂੰ ਅੰਮ੍ਰਿਤਸਰ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ। ਕੀ ਲੱਗਦਾ ਉਹ ਬੇਟਾ ਅੰਦਰ ਜਾਗਿਆ ਤਾਂ ਕਰਕੇ ਸਾਰਾ ਕੁਝ ਕੀਤਾ? ਦੇਖੋ ਜਿਹੜੀ ਬੰਦੇ ਨੇ ਮਾਰ ਸ਼ੁਰੂ 'ਚ ਖਾਧੀ ਹੋਵੇ ਨਾ ਉਸਤਾਦ ਦੀ, ਜਾਂ ਆਪਣਾ ਪਿਤਾ ਪੁਰਖੀ ਧੰਦਾ ਕੋਈ ਕੀਤਾ ਹੋਵੇ, ਉਹਦੀ ਨਿਪੁੰਨਤਾ ਹਮੇਸ਼ਾ ਉਹਦੇ 'ਚ ਰਹਿੰਦੀ ਹੈ ਤੇ ਉਹਦੇ ਪ੍ਰਤੀ ਉਹਦੇ ਮਨ ਦੇ ਵਿੱਚ ਗੱਲ ਆਉਂਦੀ ਹੈ। ਸੋ ਅੱਜ ਸਾਰੀਆਂ ਫੈਕਟਰੀਆਂ ਲੋਕ ਹੋ ਗਈਆਂ, ਮਤਲਬ 'ਚ ਬੰਦ ਹੋ ਗਈਆਂ ਕਿਉਂਕਿ ਲੇਬਰ ਵੀ ਹੁਣ ਚਲੇ ਗਈ ਆ। ਸਕਿੱਲ ਲੇਬਰ ਸੀ ਜਿਹੜੀ ਜਾਣਦੀ ਸੀ ਕੰਮ ਨੂੰ, ਉਹ ਵੀ ਸਕਿਲਡ ਸੀ ਸਾਰੀ, ਉਹ ਵੀ ਸਾਰੀ ਵਾਪਸ ਚਲੇ ਗਈ। ਹੋਰ ਵੀ ਰੁਜ਼ਗਾਰ ਜਿਹੜੇ ਤਕਰੀਬਨ ਸਾਰੇ ਕਲੋਜ਼ ਹੋ ਗਏ ਔਰ ਬੰਦਾ ਮਤਲਬ ਇੰਨਾ ਲੰਬਾ ਸਮਾਂ ਰੋਟੀ ਨਹੀਂ ਦੇ ਸਕਦਾ, ਕੋਈ ਵੀ ਖਵਾ ਸਕਦਾ। ਪਰ ਇੱਕ ਕਿਸਾਨੀ ਖਿੱਤਾ ਇਹੋ ਜਿਹਾ ਹੈਗਾ ਜਿਹੜਾ ਲੰਬੇ ਸਮੇਂ ਤੱਕ ਕਿਸੇ ਨਾ ਕਿਸੇ ਦੀ ਮਦਦ ਕਰ ਸਕਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਸੋ ਉਹ ਜਿਹੜੀ ਅੰਦਰ ਜਿਹੜਾ ਗੁਰਜੀਤ ਲੁਕਿਆ ਸੀ, ਉਹ ਫਿਰ ਅੰਦਰੋਂ ਹਲੂਣਾ ਦਿੰਦਾ ਹੈ ਕਿ ਇਹ ਕੰਮ ਕਰ।
ਤੇ ਫਿਰ ਮੈਂ ਉਹ ਕੰਮ ਵੱਲ ਨਿਕਲਦਾ ਹਾਂ। ਪ੍ਰਵਾਸੀਆਂ ਨੂੰ ਵਾਪਸ ਲਿਆਉਣ ਵਾਸਤੇ ਕੁਝ ਕੀਤਾ ਜਾ ਸਕਦਾ ਜੀ? ਦੇਖੋ ਜੀ ਸਦਕੇ ਆਉਣ, ਦੇਸ਼ ਆ, ਖੇਤੀਬਾੜੀ ਕਰਨੀ ਆ, ਜੋ ਵੀ, ਕਿਉਂਕਿ ਬਹੁਤ ਸਾਰੇ ਕੰਮ ਸੀ ਖੇਤੀਬਾੜੀ ਤੋਂ ਇਲਾਵਾ ਵੀ ਸਾਡੇ ਜਿਹੜੇ ਕਿ ਮਜ਼ਦੂਰ ਕਰਦੇ ਨੇ, ਜਿਹੜਾ 'ਚ ਬਹੁਤ ਜ਼ਿਆਦਾ ਸਬਰ ਚਾਹੀਦਾ, ਬਹਿ ਕੇ ਕੰਮ ਕਰਨਾ 8-8 9-9 ਘੰਟੇ ਪੈਰਾਂ ਭਾਰ ਬਹਿਣਾ, ਜਾਂ ਸਖਤ ਕੰਮ ਜਿਹੜੇ ਸੀ ਲੇਬਰ ਵਾਲੇ, ਉਹ ਸਾਰੇ ਤਕਰੀਬਨ ਸਹੀ ਇਹਨਾਂ ਤੇ ਡਿਪੈਂਡ ਸਨ। ਉਹਦਾ ਅਸਰ ਸਾਡੇ ਤੇ ਬਹੁਤ ਵੱਡਾ ਹੋਊਗਾ, ਸਾਡੀ ਆਰਥਿਕਤਾ ਦੇ ਉੱਤੇ। ਪਰ ਜੇ ਸਾਡੇ ਬੱਚੇ, ਸਾਡਾ ਅਗਲੀ ਜਨਰੇਸ਼ਨ ਜੇ ਸਮਝੂਗੀ ਗੱਲ ਨੂੰ ਵੀ ਕੰਮ ਮਾੜਾ ਨਹੀਂ ਗਾ, ਜੇ ਕਿਰਤ ਮਾੜੀ ਨਹੀਂ, ਕਿਰਤ ਕੋਈ ਵੀ ਕਰੋ, ਸੱਚੀ ਸੁੱਚੀ ਕਿਰਤ ਕਰੋ, ਕੋਈ ਕਿਰਤ ਮਾੜੀ ਨਹੀਂ ਹੈਗੀ। ਕੰਮ ਦਾ ਮੁਹਾਂਦਰਾ ਕੋਈ ਹੋਊਗਾ, ਪਰ ਉਹ ਅਲਟੀਮੇਟਲੀ ਤੁਹਾਡੇ ਲਈ ਮਾੜਾ ਨਹੀਂ ਹੈਗਾ। ਤੇ ਫਿਰ ਤੇ ਆਪਾਂ ਨੂੰ ਇਹਦੇ 'ਚੋਂ ਨਿਕਲਾਵਾਂਗੇ ਛੇਤੀ ਬਾਹਰ। ਪਰ ਜੇ ਅਸੀਂ ਇਹ ਨਾ ਕੀਤੇ, ਫਿਰ ਕੁਦਰਤੀ ਗੱਲ ਹੈ ਉਹ ਮਜ਼ਦੂਰ ਬੁਲਾਉਣੇ ਪੈਣਗੇ। ਕੁਛ ਨਿਪੁੰਨਤਾ ਹੁੰਦੀ ਹੈ ਬੰਦੇ 'ਚ ਨਾ, ਬੜੇ 10-10 20-20 ਸਾਲ ਕਿਸੇ ਚੀਜ਼ ਨੂੰ ਕਰੋ ਤੇ ਫਿਰ ਜਾ ਕੇ ਹਾਸਲ ਹੁੰਦੀ ਹੈ। ਸੋ ਉਹ ਜਿਹੜੇ ਮਜ਼ਦੂਰ ਸੀ ਉਹ ਚਲੇ ਗਏ ਨੇ, ਉਹਨਾਂ ਦਾ ਘਾਟਾ ਤਾਂ ਜ਼ਰੂਰ ਸਾਨੂੰ ਪਊਗਾ, ਕਿਉਂਕਿ ਮਤਲਬ ਜਿਵੇਂ ਹੁਣ ਬਿਲਡਿੰਗ ਦਾ ਕੰਮ ਸਾਰਾ ਤਕਰੀਬਨ ਉਹੀ ਸਾਰੇ ਕਰਦੇ ਸੀ, ਬਰੀਕੀ ਦੇ ਕੰਮ ਸਾਰੇ ਉਹ ਕਰਦੇ ਸੀ। ਹੁਣ ਜੇ ਸਾਡੇ ਬੱਚਿਆਂ ਨੇ ਸਿੱਖਣਾ ਵੀ ਆ ਤੇ ਟਾਈਮ ਲੱਗੇਗਾ, ਸੋ ਉਹਨਾਂ ਨੂੰ ਵੀ ਲੋੜ ਪਏਗੀ, ਤਾਂ ਉਹ ਵੀ ਵਾਪਸ ਆਉਣਗੇ, ਕਿਉਂਕਿ ਇਹ ਦੇਸ਼ ਸਾਰਿਆਂ ਦਾ ਸਾਂਝਾ ਹੈ ਔਰ ਆਪਾਂ ਕਿਤੇ ਵੀ ਜਾ ਕੇ ਕੋਈ ਵੀ ਕੰਮ ਕਰ ਸਕਦੇ ਹਾਂ। ਪਿੰਡ ਦੇ ਸਰਪੰਚਾਂ ਨੂੰ ਅਪੀਲ ਕਰੋ ਕਿ ਇਸ ਤਰ੍ਹਾਂ ਤੁਹਾਡੇ ਵਾਂਗੂ ਖੇਤਾਂ 'ਚ ਨਾਲ ਕੰਮ ਕਰਨ ਤੇ ਲੋਕਾਂ ਸ਼ਾਇਦ ਜ਼ਿਆਦਾ। ਬਿਲਕੁਲ, ਮੈਂ ਤੁਹਾਡੇ ਰਾਹੀਂ ਸਾਰੇ ਪੰਚਾਂ ਨੂੰ, ਸਰਪੰਚਾਂ ਨੂੰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, MLA ਸਾਹਿਬਾਨ ਨੂੰ, ਸਭਨਾਂ ਨੂੰ ਕਹੂੰਗਾ ਕਿ ਆਪੋ ਆਪਣੇ ਇਲਾਕੇ ਦੇ ਵਿੱਚ ਪ੍ਰੇਰਨਾ ਸਰੋਤ ਬਣੋ ਔਰ ਲੋਕਾਂ ਦੇ ਹੱਥ ਨਾਲ ਹੱਥ ਵਡਾਓ ਤੇ ਕਿਰਤ ਕਰਨ ਦੀ ਜਿਹੜੀ ਆ ਆਦਤ ਆ ਉਹ ਆਪਾਂ ਆਉਣ ਵਾਲੀ ਜਨਰੇਸ਼ਨ ਨੂੰ ਪਾਈਏ। ਕਿਉਂਕਿ ਬਹੁਤ ਲੋਕ ਹੁਣ ਜੇ ਪਤਾ ਨਹੀਂ ਇਹਨੂੰ ਠੀਕ ਹੁੰਦਿਆਂ, ਕਰੋਨਾ ਵਾਇਰਸ ਜਿਹੜੀ ਇਹ ਬਿਮਾਰੀ ਫੈਲੀ, ਇਹਨੂੰ ਕਿੰਨਾ ਸਮਾਂ ਲੱਗਦਾ, 6 ਮਹੀਨੇ ਲੱਗਦੇ, ਸਾਲ ਲੱਗਦੇ, 2 ਸਾਲ ਲੱਗਦੇ ਆ। ਦੂਜੇ ਸਟੇਟ ਦੀਆਂ ਜਾਂ ਦੂਜੇ ਦੇਸ਼ ਦੀਆਂ ਪਾਲਿਸੀਆਂ ਕੀ ਬਣਦੀਆਂ ਨੇ, ਉਹ ਸਾਨੂੰ ਆਉਣ ਦਿੰਦੇ ਵਾਪਸ ਕਿ ਨਹੀਂ ਆਉਣ ਦਿੰਦੇ। ਸੋ ਇਹਨਾਂ ਸਾਰਿਆਂ ਮੱਦੇ ਨਜ਼ਰ ਰੱਖਦੇ ਹੋਏ, ਆਪਣੀ ਮਾਂ ਨਾਲ, ਧਰਤੀ ਦੇ ਨਾਲ ਜੁੜਦੇ ਹੋਏ, ਆਪਣੇ ਪਿੰਡ ਦੇ ਨਾਲ, ਆਪਣੀ ਮਿੱਟੀ ਨਾਲ ਜੁੜਦੇ ਹੋਏ, ਆਓ ਰਲ ਕੇ ਸਾਰਿਆਂ ਨੂੰ, ਇਹਨਾਂ ਬੱਚਿਆਂ ਨੂੰ ਆਪਣੇ ਘਰਾਂ ਦੇ ਵਿੱਚ ਕੰਮ ਕਰਨਾ ਸਿਖਾਈਏ। ਤੇ ਆਪਣੀ ਜਿਹੜੀ ਖੇਤੀ ਆ, ਜਦੋਂ ਖੇਤੀ ਪੜ੍ਹਿਆ ਲਿਖਿਆ ਬੱਚਾ ਕਰੂਗਾ ਨਾ, ਕੁਦਰਤੀ ਗੱਲ ਉਹਦਾ ਮੁਹਾਂਦਰਾ ਵੀ ਚੇਂਜ ਹੋਊਗਾ, ਉਹਦੇ 'ਚ ਕਾਸਟ ਵੀ ਘਟੂਗੀ ਤੇ ਲੇਬਰ ਦੀ ਵੀ ਜ਼ਿਆਦਾ ਲੋੜ ਪਊਗੀ। ਸੋ ਜਦੋਂ ਰੁਜ਼ਗਾਰ ਵਧੂਗਾ ਤੇ ਕੁਦਰਤੀ ਗੱਲ ਸਾਡਾ ਜਿਹੜਾ ਨੌ ਮਾਸ ਦਾ ਰਿਸ਼ਤਾ ਮਜ਼ਦੂਰ ਦਾ, ਕਿਸਾਨ ਦਾ, ਉਹ ਵੀ ਇੱਕ ਪ੍ਰਫੁੱਲਤ ਹੋਊਗਾ। ਤੇ ਮੈਂ ਮਜ਼ਦੂਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਸਾਰੇ ਰਲ ਮਿਲ ਕੇ ਸਾਂਝਾ ਜਿਹੇ ਫੈਸਲੇ ਕਰਕੇ, ਕਿਉਂਕਿ ਦੇਖੋ ਮਜ਼ਦੂਰ ਵੀ ਕਿਸਾਨ ਕਮਾਈ ਕਰੂਗਾ ਤੇ ਮਜ਼ਦੂਰ ਨੂੰ ਵੀ ਘਰ ਚੱਲਣਾ ਹੈ। ਸੋ ਉਹਨਾਂ ਦਾ ਵੀ ਖਿਆਲ ਰੱਖਣਾ ਸਾਡੀ ਬੜੀ ਵੱਡੀ ਜ਼ਿੰਮੇਵਾਰੀ ਹੈ। ਉਹਨਾਂ ਨੂੰ ਵੀ ਬਣਦਾ ਰੁਜ਼ਗਾਰ ਦੇਣਾ ਚਾਹੀਦਾ ਹੈ।